ਕੈਨੇਡਾ ਦੀ ਚਾਈਨਾ ਨਾਲ ਸੰਬੰਧਿਤ ਜਿਹੜੀ ਗੱਲ ਹੈ, ਜਿਹੜੇ ਮਾਈਕਲ ਕੋਵਰਗ ਤੇ ਮਾਈਕਲ ਸਵਾਵਰ ਜਿਹੜੇ ਕੈਨੇਡਾ ਦੇ ਦੋਨੋਂ ਨਾਗਰਿਕ ਚਾਈਨਾ ਵੱਲੋਂ ਡਿਟੇਨ ਕੀਤੇ ਹੋਏ ਨੇ ਬਹੁਤ ਲੰਬੇ ਸਮੇਂ ਤੋਂ, ਪਿਛਲੇ ਲਗਭਗ 2 ਸਾਲ ਤੋਂ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਹੋਇਆ ਹੈ, ਉੱਥੇ ਉਹਨਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਕੈਨੇਡਾ ਦੀ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲੇ। ਸੋ ਇਸ ਸੰਬੰਧੀ ਚਾਈਨਾ ਦੇ ਵਿੱਚ ਉਹਨਾਂ ਦੀ ਜਿਹੜੀ ਪਹਿਲੀ ਵਾਰੀ ਜਿਹੜੀ ਉੱਥੇ ਕੋਰਟ ਦੇ ਵਿੱਚ ਹੀਅਰਿੰਗ ਸ਼ੁਰੂ ਹੋਈ ਹੈ। ਸੋ ਜਿਹੜੇ ਮਾਈਕਲ ਸਪਾਵਰ ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਸ਼ੁੱਕਰਵਾਰ ਹੋਈ ਅਤੇ ਹੁਣ ਜਿਹੜੇ ਮਾਈਕਲ ਕੋਵਰਗ ਉਹਨਾਂ ਦੀ ਹੀਅਰਿੰਗ ਸੋਮਵਾਰ ਹੋਣੀ ਹੈ। ਪਰ ਇਸ ਹੀਅਰਿੰਗ ਦੇ ਵਿੱਚ ਜਿਹੜੀ ਇਹ ਹੀਅਰਿੰਗ ਕੀਤੀ ਗਈ ਉਹ ਬੰਦ ਕਮਰਾ ਕੀਤੀ ਗਈ, ਮੀਡੀਆ ਨੂੰ ਉੱਥੇ ਅਲਾਉ ਨਹੀਂ ਕੀਤਾ ਗਿਆ। ਜਿਹੜੇ ਡਿਪਲੋਮੈਟ ਨੇ ਕੈਨੇਡਾ ਦੇ ਚਾਈਨਾ ਦੇ ਵਿੱਚ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ। ਅਮਰੀਕਾ ਦੇ ਡਿਪਲੋਮੈਟ ਜਾਂ ਹੋਰ ਕਈ ਯੂਰਪੀਅਨ ਦੇਸ਼ਾਂ ਦੇ ਡਿਪਲੋਮੈਟ ਵੀ ਉੱਥੇ ਪਹੁੰਚੇ ਸਨ, ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੀਅਰਿੰਗ ਸੁਣਨ ਦੀ। ਸੋ ਇਸ ਕਰਕੇ ਚਿੰਤਾ ਹੋਣੀ ਜਿਹੜੀ ਵਾਜਬ ਹੈ ਕਿ ਉਸ ਹੀਅਰਿੰਗ ਦੇ ਵਿੱਚ ਜਿਹੜੀ ਬੰਦ ਕਮਰਾ ਹੋ ਰਹੀ ਹੈ, ਕੋਈ ਟਰਾਂਸਪੇਰੈਂਸੀ ਨਹੀਂ ਹੈ, ਕਿਸੇ ਤਰ੍ਹਾਂ ਵੀ ਪਾਰਦਰਸ਼ਤਾ ਜਿਹੜੀ ਨਹੀਂ ਦਿਖਾਈ ਜਾ ਰਹੀ ਚੀਨੀ ਸਰਕਾਰ ਵੱਲੋਂ, ਤਾਂ ਇਸ ਦੇ ਲਈ ਜਿਹੜਾ ਕੁਐਸਚਨ ਕੀਤਾ ਜਾ ਰਿਹਾ ਵੱਖੋ ਵੱਖਰੇ ਦੇਸ਼ਾਂ ਵੱਲੋਂ। ਅਤੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕਿਹਾ ਕਿ ਇਸ ਸੰਬੰਧੀ ਜਿਹੜਾ ਚਾਈਨਾ ਨੂੰ ਬਿਲਕੁਲ ਪਾਰਦਰਸ਼ੀ ਰੱਖਣਾ ਚਾਹੀਦਾ ਇਸ ਸਾਰੇ ਪ੍ਰੋਸੈਸ ਨੂੰ, ਤਾਂ ਕਿ ਪਤਾ ਲੱਗੇ ਕਿ ਕਿਸ ਤਰ੍ਹਾਂ ਦੇ ਚਾਰਜਸ ਉਹਨਾਂ 'ਤੇ ਲਾਏ ਜਾ ਰਹੇ ਨੇ ਜਾਂ ਕਿਸ ਤਰ੍ਹਾਂ ਦਾ ਜਿਹੜੀ ਉੱਥੇ ਬਹਿਸ ਹੋ ਰਹੀ ਹੈ ਅੰਦਰ, ਤਾਂ ਕਿ ਸਾਰੇ ਉਸ ਨੂੰ ਜਾਣ ਸਕਣ ਅਤੇ ਉਸ ਦੇ ਲਈ ਡਿਫੈਂਸ ਜਿਹੜਾ ਆਪਣਾ ਉਸ ਹਿਸਾਬ ਨਾਲ ਆਪਣੀ ਤਿਆਰੀ ਕਰ ਸਕੇ। ਸੋ ਇਸ ਕਰਕੇ ਚਿੰਤਾ ਹੋਈ ਹੈ, ਕੈਨੇਡਾ ਨੂੰ ਵੀ ਚਿੰਤਾ ਹੈ ਇਸ ਗੱਲ ਦੀ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਚੀਨ ਦਾ ਜੇਕਰ ਟਰੈਕ ਰਿਕਾਰਡ ਦੇਖਿਆ ਜਾਵੇ ਤਾਂ ਉੱਥੇ 99% ਉੱਥਾ ਰਿਕਾਰਡ ਇਹ ਹੈ ਕਿ ਉੱਥੇ ਜੇਕਰ ਇੱਕ ਵਾਰੀ ਕਿਸੇ ਨੂੰ ਡਿਟੇਨ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਰਾਹਤ ਚੀਨੀ ਸਰਕਾਰ ਜਿਹੜੀ ਉਹਨਾਂ ਨੂੰ ਨਹੀਂ ਦਿੰਦੀ। ਸੋ ਇਸ ਕਰਕੇ ਚਿੰਤਾ ਹੋ ਰਹੀ ਹੈ। ਉਹਨਾਂ ਜਿਹੜੇ ਦੋਨੋਂ ਨਾਗਰਿਕਾਂ ਦੇ ਪਰਿਵਾਰਾਂ ਨੂੰ ਤਾਂ ਚਿੰਤਾ ਹੋਵੇਗੀ, ਨਾਲ ਸਾਰੇ ਕੈਨੇਡਾ ਵਾਸੀਆਂ ਨੂੰ ਵੀ ਇਸ ਗੱਲ ਦੇ ਪ੍ਰਤੀ ਉਹ ਵਾਬਸਤਾ ਨੇ ਕਿ ਕਿਉਂ ਜਿਹੜੇ ਨਾਗਰਿਕ ਆ ਜਿਹੜੇ ਕੈਨੇਡਾ ਦੇ ਇੰਨੀ ਦੇਰ ਤੋਂ ਡਿਟੇਨ ਕੀਤੇ ਗਏ ਨੇ। ਕਿਉਂਕਿ ਆਪਾਂ ਜਾਣਦੇ ਹਾਂ ਕਿ ਜਦੋਂ ਜਿਹੜੇ ਇੱਕ ਚਾਈਨੀਜ਼ ਨਾਗਰਿਕ ਜਿਹੜੀ ਕਿ ਅਮਰੀਕਾ ਦੇ ਵਿੱਚ ਐਕਸਟ੍ਰਾਡੀਸ਼ਨ ਜਿਸ ਦੀ ਹੋਣੀ ਸੀ, ਵੈਂਗ ਯੂ, ਉਹਨਾਂ ਨੂੰ ਵੈਨਕੂਵਰ 'ਚ ਜਦੋਂ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਅਤੇ ਇਹੀ ਕਿਹਾ ਜਾਂਦਾ ਹੈ ਕਿ ਇੱਕ ਬਦਲਾ ਲਊ ਕਾਰਵਾਈ ਹੈ ਚੀਨ ਵੱਲੋਂ, ਇੱਕ ਪ੍ਰੈਸ਼ਰ ਬਣਾਉਣ ਲਈ ਕਿ ਸਾਡੀ ਜਿਹੜੀ ਉਹ ਨਾਗਰਿਕ ਹੈ ਉਸ ਦੇ ਉੱਤੇ ਕੋਈ ਵੀ ਕਾਨੂੰਨੀ ਜਿਹੜੀ ਐਕਸਟ੍ਰਾਡੀਸ਼ਨ ਉਸ ਦੀ ਨਾ ਕੀਤੀ ਜਾਵੇ ਅਮਰੀਕਾ ਨੂੰ, ਉਸ ਕਰਕੇ ਹੀ ਸਾਰਾ ਕੁਝ ਕੀਤਾ ਗਿਆ। ਪਰ ਹੁਣ ਦੇਖਾਂਗੇ ਕਿ ਸੋਮਵਾਰ ਨੂੰ ਕਿਸ ਤਰ੍ਹਾਂ ਚਾਈਨਾ ਇਸ ਦੇ ਲਈ ਪ੍ਰਤੀਕਰਮ ਦਿੰਦਾ ਹੈ ਜਾਂ ਚਾਈਨਾ ਕਿਸ ਤਰ੍ਹਾਂ ਜਿਹੜੇ ਦੂਸਰੇ ਜਿਹੜੇ ਕੈਨੇਡੀਅਨ ਨਾਗਰਿਕ ਨੇ ਮਾਈਕਲ ਕੋਵਰਗ ਉਹਨਾਂ ਦੀ ਹੀਅਰਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਤਾਂ ਨਿਗਾਹ ਤਾਂ ਲੱਗੀ ਰਹੇਗੀ। ਪਰ ਚਾਈਨਾ ਸਰਕਾਰ ਇਹੀ ਕਹਿ ਰਹੀ ਕਿ ਸਾਡਾ ਜਿਹੜਾ ਪ੍ਰੋਸੈਸ ਬਿਲਕੁਲ ਠੀਕ ਚੱਲ ਰਿਹਾ ਹੈ ਅਤੇ ਜਿਹੜਾ ਕੈਨੇਡੀਅਨ ਗੌਰਮੈਂਟ ਵੱਲੋਂ ਜਿਹੜਾ ਇਤਰਾਜ਼ ਕੀਤਾ ਜਾ ਰਿਹਾ ਉਹ ਬਿਲਕੁਲ ਵੀ ਵਾਜਬ ਨਹੀਂ ਹੈ। ਅਤੇ ਦੂਜੇ ਪਾਸੇ ਓਪੋਜੀਸ਼ਨ ਪਾਰਟੀਜ਼ ਉਹ ਇਹ ਕਹਿ ਰਹੀਆਂ ਨੇ ਕਿ ਜਿਹੜਾ ਕੈਨੇਡੀਅਨ ਗੌਰਮੈਂਟ ਹੈ ਉਸ ਨੂੰ ਹੋਰ ਜ਼ਿਆਦਾ ਪ੍ਰੈਸ਼ਰ ਪਾਉਣਾ ਚਾਹੀਦਾ ਤਾਂ ਕਿ ਜਿਹੜੇ ਦੋਨੋਂ ਨਾਗਰਿਕ ਹੈ ਉਹਨਾਂ ਨੂੰ ਜਲਦੀ ਕੋਈ ਰਾਹਤ ਮਿਲੇ ਅਤੇ ਜਲਦੀ ਉਹ ਰਿਲੀਜ਼ ਹੋਣ। ਤੋਂ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਤੀਕਰਮ ਦਿੱਤਾ ਇਸ ਹੀਅਰਿੰਗ ਦੇ ਬਾਰੇ। ਜਾਸੂਸੀ ਦੇ ਦੋਸ਼ਾਂ ਵਿੱਚ 2018 ਤੋਂ ਚੀਨ ਵੱਲੋਂ ਨਜ਼ਰਬੰਦ 2 ਕੈਨੇਡੀਅਨ ਨਾਗਰਿਕਾਂ ਵਿੱਚੋਂ ਇੱਕ ਮਾਈਕਲ ਸਪੇਵਰ ਖਿਲਾਫ 2 ਘੰਟੇ ਦੇ ਨੇੜੇ ਤੇੜੇ ਬੰਦ ਦਰਵਾਜ਼ਿਆਂ ਵਿੱਚ ਅਦਾਲਤੀ ਕਾਰਵਾਈ ਚਲਾਈ ਗਈ, ਜਿਸ ਦੀ ਕੈਨੇਡੀਅਨ ਅਧਿਕਾਰੀਆਂ ਨੂੰ ਕੋਈ ਖਬਰ ਹੀ ਨਹੀਂ ਦਿੱਤੀ ਗਈ। ਜਾਣਕਾਰੀ ਦੇ ਮੁਤਾਬਿਕ ਮਾਈਕਲ ਸਪੇਵਰ ਨੂੰ ਚੀਨ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫੈਸਲਾ ਸੁਣਾਉਣ ਲਈ ਅਦਾਲਤ ਕੁਝ ਸਮੇਂ ਬਾਅਦ ਤਾਰੀਖ ਜਾਰੀ ਕਰੇਗੀ। 45 ਸਾਲਾ ਮਾਈਕਲ ਸਪੇਵਰ ਨੂੰ ਨਾ ਤਾਂ ਅਦਾਲਤ ਦੇ ਬਾਹਰ ਦੇਖਿਆ ਗਿਆ ਤੇ ਨਾ ਹੀ ਉਸ ਦੀ ਹਾਲਤ ਦੇ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਹਾਸਲ ਹੋਈ। ਦੱਸ ਦੇਈਏ ਕਿ ਅਮਰੀਕਾ ਦੇ ਕਹਿਣ ਤੇ ਕੁਝ ਸਮਾਂ ਪਹਿਲਾਂ ਚੀਨ ਦੀ ਇੱਕ ਚੀਫ ਫਾਈਨੈਂਸ਼ੀਅਲ ਆਫਿਸਰ ਮੈਗ ਵੈਨਜ਼ੂ ਨੂੰ ਕੈਨੇਡੀਅਨ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਚੀਨ ਨੇ ਸਪੇਵਰ ਤੇ ਇੱਕ ਹੋਰ ਕੈਨੇਡੀਅਨ ਮਾਈਕਲ ਕੋਵਰਿੰਗ ਨੂੰ ਦਸੰਬਰ 2018 ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਚੀਨ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਜਾਂਦਾ ਰਿਹਾ ਹੈ ਕਿ ਇਹਨਾਂ ਦੋਵਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤੇ ਜਾਣ ਦੇ ਮਾਮਲੇ ਦਾ ਮੈਗ ਵੈਨਜ਼ੂ ਦੀ ਗ੍ਰਿਫਤਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਬਕਾ ਡਿਪਲੋਮੈਟ ਮਾਈਕਲ ਕੋਵਰਿੰਗ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਬੀਜਿੰਗ ਦੇ ਵਿੱਚ ਹੋਵੇਗੀ। ਸ਼ੁੱਕਰਵਾਰ ਯਾਨੀ ਕੱਲ੍ਹ ਸਪੇਵਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆਂ ਦੇ ਨਾਲ ਅਮਰੀਕਾ, ਨੀਦਰਲੈਂਡ, ਯੂਨਾਈਟਿਡ ਕਿੰਗਡਮ, ਫਰਾਂਸ, ਡੈਨਮਾਰਕ, ਆਸਟ੍ਰੇਲੀਆ, ਸਵੀਡਨ ਤੇ ਜਰਮਨੀ ਦੇ ਅਧਿਕਾਰੀ ਵੀ ਅਦਾਲਤ ਦੇ ਬਾਹਰ ਮੌਜੂਦ ਸਨ ਤੇ ਸੁਣਵਾਈ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਚੀਨ ਦੀ ਇਸ ਹਰਕਤ ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰ ਦੇਸ਼ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਲੋੜ ਹੈ ਅਤੇ ਜਿਸ ਤਰ੍ਹਾਂ ਚੀਨ ਵੱਲੋਂ ਬਿਨਾਂ ਕੈਨੇਡੀਅਨ ਅਫੀਸ਼ੀਅਲਸ ਨੂੰ ਦੱਸੇ ਬਗੈਰ ਮਾਈਕਲ ਸਪੀਵਰ ਦੀ ਕੋਰਟ ਦੇ ਵਿੱਚ ਪੇਸ਼ੀ ਕੀਤੀ ਗਈ ਉਸ ਤੋਂ ਉਹ ਕਾਫੀ ਨਿਰਾਸ਼ ਹਨ। Canada is a country of the rule of law. We move forward in full respect of that rule of law, and we move forward in full transparency. We have continually condemned not just the arbitrary detention of 2 Canadian citizens, but it is disappointing that the trial that Michael Spavor went through, and possibly the trial that Michael Kovrig will go through on Monday, is happening in secret, without transparency, without access by Canadian consular officials. China needs to understand that it is not just about 2 Canadians. It is about the respect for the rule of law and relationships with a broad range of Western countries that is at play with the arbitrary detention and the coercive diplomacy they have engaged in. We were very pleased to see among the diplomats who showed up at the hearing in Dandong that a number of our allied countries, including the United States, were represented to express our solidarity, our global solidarity in this case. And I can assure you that the United States continues to prioritize this case as it is something that is important not just to us but to them in terms of respect for the rule of law and support of citizens from around the world. ਉਹਨਾਂ ਨਾਲ ਹੀ ਕਿਹਾ ਕਿ ਚੀਨ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ 2 ਕੈਨੇਡੀਅਨਸ ਦੀ ਗੱਲ ਨਹੀਂ ਹੈ, ਇਹ ਉਹਨਾਂ ਕਾਨੂੰਨਾਂ ਦੀ ਵੀ ਗੱਲ ਹੈ ਜੋ ਹਰ ਦੇਸ਼ ਦੇ ਵਿੱਚ ਲਾਗੂ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਮੁੜ ਅਮਰੀਕਾ ਨੂੰ ਇਸ ਕੇਸ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਦੇਣ ਦੀ ਗੁਜ਼ਾਰਿਸ਼ ਵੀ ਕੀਤੀ ਹੈ।